ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਨੰਬਰ ਛੱਡਿਆ ਹੋਇਆ ਲਾਈਵ, ਉਹਦਾ ਕਾਰਨ ਹੈਗਾ ਕਿ ਬਹੁਤ ਸਾਰੇ ਬੱਚੇ ਅਕਸਰ ਗਿਲਾ ਕਰਦੇ ਨੇ ਕਿ ਜੀ ਮੇਰੀ ਗੱਲ ਹੋਈ ਨਹੀਂ, ਮੇਰੀ ਸੁਣੀ ਨਹੀਂ, ਮੇਰੀ ਤੁਹਾਡੇ ਤੱਕ ਗੱਲ ਹੀ ਨਹੀਂ ਪਹੁੰਚ ਪਾਈ। ਤੋ ਤੁਸੀਂ 95 571 95 571 ਦੇ ਉੱਪਰ ਸਾਨੂੰ ਕਾਲ ਕਰ ਸਕੋਗੇ। ਐਕਸਪਰਟ ਨਵਨੀਤ ਜੀ ਨੇ ਗੋ ਗਲੋਬਲ ਤੋਂ ਟੌਪਿਕ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਬੱਚੇ ਸਵਾਲ ਪੁੱਛਦੇ ਨੇ ਜੀ ਰਿਫਿਊਜ਼ਲ ਕਿਉਂ ਆ ਰਹੀ ਹੈ। ਪਹਿਲਾ ਸਵਾਲ, ਜੇ ਆ ਗਈ ਹੈ ਜੀ ਕੀ ਦੁਬਾਰਾ ਵੀਜ਼ਾ ਮਿਲੂਗਾ? ਬਿਲਕੁਲ ਵਾਜਬ ਸਵਾਲ ਹੈਗਾ ਤੁਹਾਡਾ। ਤੀਸਰਾ, ਹਮੇਸ਼ਾ ਗੱਲ ਹੋ ਰਹੀ ਹੈ ਇਸ ਵਕਤ ਪੰਜਾਬ ਦੇ ਵਿੱਚ ਕਿ US ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। US ਵੀਜ਼ਾ ਦਊਗਾ ਨਹੀਂ, US ਵੀਜ਼ਾ ਦੇ ਰਿਹਾ ਹੈ। ਕਿਸ ਪ੍ਰੋਫਾਈਲ ਨੂੰ USA ਜਾਣਾ ਚਾਹੀਦਾ ਹੈ, ਕਿਹਨੂੰ ਕੈਨੇਡਾ ਜਾਣਾ ਚਾਹੀਦਾ ਹੈ, ਇਹ ਡਿਸਾਈਡ ਬੱਚੇ ਨੇ ਔਰ ਕੰਸਲਟੈਂਟਸ ਨੇ ਬੈਠ ਕੇ ਕਰਨਾ। ਇਹ ਤੁੱਕਾ ਨਹੀਂ ਮਾਰਨਾ ਕਿ ਜੀ ਮੈਂ ਕੈਨੇਡਾ ਰਿਫਿਊਜ਼ ਹੋ ਗਿਆ ਹੁਣ ਉੱਧਰ ਪਾ ਦੇਵਾਂ, ਜਾਂ ਮਤਲਬ ਅੰਬੈਸੀ ਖੁੱਲੀ ਹੈ ਜਾਂ ਜਲਦੀ ਮੇਰਾ ਆਫਰ ਆ ਰਿਹਾ I-20 ਆ ਰਹੀ ਉੱਧਰ ਪਾ ਦੇਵਾਂ। ਤੀਸਰੀ, UK ਦੀ ਅਪਡੇਟਸ ਨੂੰ ਲੈ ਕੇ ਗੱਲ ਕਰਾਂਗੇ। ਔਰ ਚੌਥਾ ਜਿਹੜਾ ਸਭ ਤੋਂ ਵੱਡਾ ਸਵਾਲ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਵੀ ਔਰ ਤੁਹਾਡੇ ਵੀ ਹੋਊਗਾ, ਕਿ ਮੈਂ ਨਵਨੀਤ ਜਿਹਨਾਂ ਨੇ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਵੀ ਪੁੱਛਿਆ ਸੀ ਕਿ ਉਹ ਦਿਨ ਪਰਤਣਗੇ ਜਦੋਂ ਅਸੀਂ ਮਤਲਬ ਭਾਵੇਂ ਵੀਜ਼ਾ ਸਾਲ ਨਹੀਂ ਸੀ ਲੱਗਦਾ, ਕੋਈ ਸਟ੍ਰੈਸ ਨਹੀਂ ਹੁੰਦੀ ਸੀ। ਹੁਣ ਵੀਜ਼ਾ 2 ਮਹੀਨੇ ਜਾਂ 4 ਮਹੀਨੇ ਵੀ ਲੇਟ ਹੋ ਜਾਏ, ਡਰ ਲੱਗਦਾ ਕਿ AIP ਆਈ ਹੋਈ ਰਿਫਿਊਜ਼ ਨਾ ਹੋ ਜਾਏ, PPR ਲਈ ਗਿਆ ਹੋਇਆ ਪਾਸਪੋਰਟ ਨਾ 3 ਮਹੀਨੇ ਮੁੜ ਪਾਵੇ, 4 ਮਹੀਨੇ ਮੁੜ ਪਾਵੇ, ਮੇਰਾ ਕਾਲਜ ਹੀ ਨਾ ਕੁਛ ਅਜਿਹਾ ਐਲਾਨ ਕਰ ਦੇ ਕਿ ਮੈਂ ਜਾ ਹੀ ਨਾ ਪਾਵਾਂ, 에ਅਰਲਾਈਨ ਦੀ ਟਿਕਟ ਕਰੀ ਧਰੀ ਧਰਾਈ ਬਣੀ ਬਣਾਈ ਨਾ ਰਹਿ ਜਾਵੇ। ਡਰ ਲੱਗਦਾ ਇਸ ਵਕਤ। ਸੋ ਸਾਲ ਡੇਢ ਸਾਲ ਲੋਕ ਪਹਿਲਾਂ ਵੀ ਵੇਟ ਕਰਦੇ ਸੀ, ਪਰ ਹਾਲਾਤ ਐਸੇ ਪੈਦਾ ਹੋ ਗਏ ਨੇ ਕਿ ਹੁਣ ਬੱਚੇ ਨੂੰ ਇਹ ਡਰ ਲੱਗਦਾ ਕਿ ਕਾਹਲ ਉਹਦੇ ਮਨ 'ਚ ਜ਼ਿਆਦਾ ਹੋ ਗਈ ਹੈ, ਕਦੋਂ ਵੀਜ਼ਾ ਆਵੇ, ਫਲਾਈਟ ਫੜਾਂ ਤੇ ਮੇਰੇ ਉੱਥੇ ਪੈਰ ਲੱਗਣ, ਬਸ ਇਹ ਚੀਜ਼ ਹੈ। ਇਹ ਦਿਨ ਕਦੋਂ ਵਰਤਣਗੇ ਕਿ ਕੋਈ ਗੱਲ ਨਹੀਂ ਜੀ 2 ਮਹੀਨੇ 4 ਮਹੀਨੇ ਬਾਅਦ ਲੇਟ ਚਲੇ ਜਾਵਾਂਗੇ, ਉਹ ਮਾਹੌਲ ਕਦੋਂ ਬਣਦਾ ਦਿਸੇਗਾ। ਇਹ ਨਵਨੀਤ ਜਿਨ੍ਹਾਂ ਦੀਆਂ ਅਕਸਰ ਗੱਲਾਂ ਜਿਹੜੀਆਂ ਨੇ ਕਾਲਜਸ ਦੇ ਨਾਲ ਹੁੰਦੀਆਂ ਰਹਿੰਦੀਆਂ, ਐਮਬੈਸੀ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਮੁਲਾਕਾਤਾਂ ਨੇ, ICCRC ਦੇ ਵੈਬੀਨਾਰ ਨੇ, ਉਹਨਾਂ ਦੇ ਵਿੱਚ ਪਾਰਟੀਸਪੇਟ ਕਰਦੇ ਨੇ, ਇਹਨਾਂ ਤੋਂ ਅਸੀਂ ਅਪਡੇਟ ਜਾਣਾਂਗੇ ਕਿ ਜਿਹੜੀ ਪਰਦੇ ਪਿੱਛੇ ਦੀ ਅਪਡੇਟ ਹੈ। ਦੇਖੋ, ਇੱਕ ਖੁੰਡ ਚਰਚਾ ਹੁੰਦੀ ਹੈ ਜਿਹਦੇ ਵਿੱਚ ਮੇਰੇ ਵਰਗੇ ਸ਼ਾਮਲ ਹੁੰਦੇ ਨੇ, ਆਪਾਂ ਲੋਕ ਸ਼ਾਮਲ ਹੁੰਦੇ ਹਾਂ। ਇੱਕ ਹੁੰਦਾ ਪਰਦੇ ਪਿੱਛੇ ਕੀ ਹੋ ਰਿਹਾ, ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਧੰਨਵਾਦ, ਤਕਨੀਕੀ ਟੀਮ ਦਾ ਜਿੰਨਾ ਸਦਕੇ ਤੁਹਾਡੇ ਲਾਈਵ ਆ। ਤੁਸੀਂ ਭਾਜੀ ਪ੍ਰੋਗਰਾਮ 'ਚ ਅੱਜ ਬੜੀ ਗੱਲ ਕਹੀ, ਕਦੋਂ ਖੁੱਲੂਗਾ, ਰਾਈਟ? ਪੰਜਾਬ ਦੇ ਵਿੱਚ ਸੱਟੇ ਜਿਹਦੀ ਤੁਸੀਂ ਗੱਲ ਕੀਤੀ, ਤੁੱਕੇ ਉਹਦਾ ਨਤੀਜਾ ਜੋ ਜਾਪਦਾ। ਇਹ ਨਹੀਂ ਕਿ ਤੁੱਕੇ ਵਾਲਿਆਂ ਕਰਕੇ ਬੈਨ ਲੱਗਾ, ਤੁੱਕੇ ਨਾਲ ਲੱਗੀਆਂ ਫਾਈਲਾਂ ਕਰਕੇ ਰਿਫਿਊਜ਼ਲ ਆਈਆਂ ਜੀ। ਇੰਨੀ ਫਾਈਲ ਜਿਹੜੀ ਹਾਈ ਕਮਿਸ਼ਨ ਹੈਂਡਲ ਹੀ ਨਹੀਂ ਕਰ ਸਕਦੀ ਸੀ, ਰਾਈਟ ਭਾਜੀ? ਇੱਕ ਅਸੀਂ ਆਪ ਆંકੜੇ ਕੱਢੇ, ਮੈਂ ਕੁਝ 5-4 ਕਾਲਜਸ ਨਾਲ ਗੱਲ ਕੀਤੀ ਵੀ ਤੁਹਾਡੀ ਇੱਕ ਪਰਟੀਕੂਲਰ ਪ੍ਰੋਗਰਾਮ ਦੀ ਰੇਸ਼ੀਓ ਕੀ ਸੀ। ਸਭ ਦੀ ਕਿਸੇ ਨਾ ਕਿਸੇ ਪਰਟੀਕੂਲਰ ਪ੍ਰੋਗਰਾਮ ਦੀ ਰੇਸ਼ੀਓ ਸੀ। ਉਹਨਾਂ ਨੇ ਵੈਬੀਨਾਰ 'ਚ ਘੁਮਾ ਕੇ ਗੱਲ ਕਹੀ ਪ੍ਰੋਗਰੈਸ਼ਨ, ਲੌਜੀਕਲ ਪ੍ਰੋਗਰੈਸ਼ਨ। ਸੋ ਭਾਜੀ ਆਪਾਂ ਕੀ ਸੋਚਦੇ ਹਾਂ ਵੀ ਸਾਡੇ ਕੋਲ ਐਕਸਲ ਸ਼ੀਟ ਹੈ ਜਿਸ ਤੇ ਆਪਾਂ ਫਿਲਟਰ ਮਾਰਦੇ ਜੀ ਬੱਚਾ ਕੀ ਪੜਨ ਜਾ ਰਿਹਾ, ਕਿਹੜੇ ਕੋਰਸ 'ਚ ਹੈ, ਕੀ ਕਰੂਗਾ। ਉਹਨਾਂ ਕੋਲ ਡਾਟਾਸ ਨਹੀਂ ਹੈ। ਰਿਫਿਊਜ਼ਲ ਅਨਹੋਣੀ ਆਈ ਹੈ, ਮੰਦਭਾਨੀ ਹਰਕਤ ਹੈ। ਇਹ ਰੱਬ ਦੁਬਾਰਾ ਦਿਨ ਨਾ ਦਿਖਾਵੇ ਜੀ। ਕਾਲ ਲੈ ਰਹੀ ਹੈ ਨਵਨੀਤ ਜੀ, ਪਹਿਲਾਂ ਕਾਲ ਲੈਂਦੇ। ਹੈਲੋ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਵਾਲ ਕੀ ਹੈ? ਹਾਂਜੀ, ਸਵਾਲ ਜੀ। ਹਾਂਜੀ, ਕੀ ਸਵਾਲ ਕੀ ਹੈ ਤੁਹਾਡਾ? ਹਾਂਜੀ, ਮੈਂ ਮਨਪ੍ਰੀਤ ਕੋਲ ਗੱਲ ਕਰ ਰਹੀ ਹਾਂ। ਮੇਰੇ ਕੋਲ ਫਾਈਲ ਹੈਗੀ ਜੀ, ਗ੍ਰੈਜੂਏਸ਼ਨ ਕੀਤੀ ਹੋਈ ਹੈ ਮੈਂ ਜੀ। ਤੇ ਬੈਚਲਰ ਦੀ ਮਤਲਬ ਮਾਸਟਰ ਦੀ ਅਪਲਾਈ ਕਰਨਾ ਹੈ ਯੂਨੀਵਰਸਿਟੀ ਦੇ ਵਿੱਚ। ਤੁਸੀਂ ਗ੍ਰੈਜੂਏਸ਼ਨ ਕਾਹਦੇ 'ਚ ਕੀਤੀ ਹੈ, ਕਿੰਨੇ ਮਾਰਕਸ ਹੈ, ਕਿਹੜੇ ਸਾਲ 'ਚ ਕੀਤੀ, ਕੀ ਸਬਜੈਕਟ ਹੈ? ਮੇਰੀ 2021 ਦੇ ਨਾउ 3 ਦੇ ਵਿੱਚ ਮੈਂ ਪਾਸ ਆਊਟ ਹਾਂ। 2021 'ਚ ਪਾਸ ਆਊਟ ਹੋਵੋਗੇ, ਓਕੇ। ਹਾਂਜੀ, ਤੇ 74% ਬਣਨ ਗਏ ਤੇ ਮੇਰੀ ਗ੍ਰੈਜੂਏਸ਼ਨ ਦੇ ਮਾਰਕਸ, ਰਾਈਟ? ਕੀ ਗ੍ਰੈਜੂਏਸ਼ਨ ਕਾਹਦੇ 'ਚ ਹੈ ਤੁਹਾਡੀ? ਬੈਚਲਰ ਕੰਪਿਊਟਰ ਐਪਲੀਕੇਸ਼ਨ। ਜਾਣਾ ਕਿੱਥੇ ਚਾਹੁੰਦੇ ਹੋ? US 'ਚ ਕੀ ਪੜ੍ਹਨਾ ਚਾਹੁੰਦੇ ਹੋ? USA ਮਾਸਟਰ ਲਈ MBA ਲਈ ਜਾਣਾ ਚਾਹੁੰਦੀ ਸੀ। MBA ਲਈ ਕਿ MCA ਲਈ? MBA। ਓਕੇ, ਤੇ IELTS ਕੀਤਾ ਹਾਲੇ ਕਿ ਨਹੀਂ? ਨਹੀਂ, IELTS ਨਹੀਂ ਕੀਤਾ। ਓਕੇ, ਆਪਾਂ 1 ਮਿੰਟ ਗੱਲ ਕਰ ਸਕਦੇ, ਕਾਲ ਨਾ ਕੱਟੀ ਗਈ ਹੋਵੇ ਤਾਂ। ਹਾਂਜੀ। ਹੈਲੋ, am I audible? ਹੈਲੋ, am I audible? आवाज आ रही मेरी? ਹਾਂਜੀ। Manpreet, do you think you will be able to communicate in English with the visa officer prima facie? Would you be able to do that? ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਸਰ। मैं हैंडसेट अपने कोल कर लेना। All I am saying is, do you think you're confident that you will be able to speak to the visa officer and answer his questions in regards to your course progression and everything? Yes, sir. Okay, so why don't you tell me something about the BCA that you have done?
and the degree you want to do. Let's say you have an MBA degree from University of Nebraska, a hypothetical situation. So you have done your bachelor's in computer applications. So what have you learnt there and why do you think? आपकी आवाज बहुत कट के आ रही है सर। ਹਾਂਜੀ ਆਪਾਂ ਨੂੰ ਇਹੀ ਲੱਗਦਾ ਪੰਜਾਬੀਆਂ ਨੂੰ। ਰਾਈਟ ਸੋ ਬਿਲਕੁਲ ਅਪਲਾਈ ਕਰ ਸਕਦੇ ਆ ਜੇ ਆਪਾਂ ਇੰਗਲਿਸ਼ 'ਚ ਗੱਲਬਾਤ ਕਰ ਸਕਦੇ ਆ ਕੌਨਫੀਡੈਂਟਲੀ। ਮੇਰੇ ਕੋਲੇ ਮਾਸਟਰਸ ਦੀਆਂ ਕਈ ਯੂਨੀਵਰਸਿਟੀਜ਼ ਹੈ ਜਿਹੜੀਆਂ ਵਿਦਆਊਟ GMAT GRE ਤੇ ਵਿਦਆਊਟ IELTS ਬੱਚਾ ਲੈ ਰਹੀ ਹੈ, ਨੋ ਪ੍ਰੋਬਲਮਸ। ਬਟ ਕੀ ਆਪਾਂ ਜਵਾਬ ਦੇ ਲਾਂਗੇ ਭਾਜੀ? ਸਾਡੇ ਕੋਲੇ US ਦੀ ਜਦੋਂ ਆਪਾਂ ਗੱਲ ਕਰਦੇ ਹਾਂ, US ਦੇ ਟੌਪ ਰੈਂਕਿੰਗ ਸਕੂਲਸ ਵੀ ਹੈ, ਠੀਕ ਹੈ, ਵਾਈਟ ਕਲੱਬ ਯੂਨੀਵਰਸਿਟੀਜ਼ ਵੀ ਹੈ, ਆਈਵੀ ਲੀਗਸ ਵੀ ਹੁੰਦੀਆਂ, ਸਟੇਟ ਯੂਨੀਵਰਸਿਟੀਜ਼ ਵੀ ਹੁੰਦੀਆਂ, ਸਾਰੀਆਂ ਯੂਨੀਵਰਸਿਟੀਜ਼ ਹੈਗੀਆਂ। ਬਟ ਵਿਦਆਊਟ ਆਇਲਸ ਲੈ ਰਹੇ ਆ ਭਾਜੀ, ਉਹ MOE ਦੇ ਬੇਸ ਤੇ ਲੈ ਰਹੇ ਆ, ਬਟ ਦੇ ਆਰ ਟਰਸਟਿੰਗ। ਤੁਸੀਂ ਬੋਲ ਤਾਂ ਲਓਗੇ, ਰਾਈਟ? US ਦੀ ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਸ਼ੋਅ ਦੇ ਵਿੱਚ, US ਇੱਕ ਲੌਤੀ ਕੰਟਰੀ ਹੈ ਜਿਹਨੇ ਲੋਕਾਂ ਨੂੰ ਕੱਫ ਲਵਾਤੇ, ਹੱਥਕੜੀਆਂ ਲਵਾਤੀਆਂ, GPS ਗਲਵਜ਼ ਲਵਾਤੇ ਕਿ ਬੰਦਾ ਭੱਜੇ ਨਾ, ਠੀਕ ਹੈ। ਸੋ ਪੁਆਇੰਟ ਇਹ ਨਿਕਲ ਕੇ ਆਉਂਦਾ ਹੈ ਕਿ US ਵੀਜ਼ੇ ਦੇ ਰਿਹਾ ਹੈ, ਦੇਣਾ ਚਾਹੁੰਦਾ, ਤੁਸੀਂ ਲੈਣਾ ਚਾਹੁੰਦੇ ਹੋ, ਤੁਸੀਂ ਲੈਣ ਜੋਗੇ ਹੋ, ਰਾਈਟ? ਹੁਣ ਇੱਕ ਮੈਂ ਬੱਚੇ ਨੂੰ ਕਹਿਤਾ, ਮੈਂ ਕਿਹਾ ਤੂੰ ਨਾ ਜਦ ਤੱਕ ਤੇਰੀ ਫਾਈਲ ਲੱਗਦੀ ਹੈ, ਮੇਰੀ ਮੈਡਮ ਹੀ ਮੇਰੇ ਤੋਂ ਨਾਰਾਜ਼ ਹੋ ਗਏ, ਸਰ ਤੁਸੀਂ ਐ ਨਾ ਕਰਿਆ ਕਰੋ। ਮੈਂ ਕਿਹਾ ਜਦ ਤੱਕ 1.5 ਮਹੀਨੇ ਸਪੋਕਨ ਕਰ ਲਾ, ਅਗਲਾ ਉੱਠ ਕੇ ਚਲੇ ਗਿਆ ਵੀ ਮੈਂ ਤਾਂ ਕਹਿ ਨਹੀਂ ਤੇਰੀ ਵਿਦਆਊਟ ਟ੍ਰੇਨਿੰਗ ਮੈਂ ਸਪੋਕਨ ਕਰ ਲਾ 2 ਘੰਟੇ ਲਾ ਲਾ, ਅਗਲਾ ਮਾਈਂਡ ਹੀ ਕਰ ਗਿਆ, ਨਹੀਂ ਨਹੀਂ ਸਰ ਉਹ ਤਾਂ ਨਹੀਂ ਕਰਨੀ, ਰਾਈਟ? ਸੋ ਸੱਚ ਨਹੀਂ ਸੁਣਨਾ ਚਾਹ ਰਹੇ, ਜੋ ਹਾਲਾਤ ਨੇ ਉਹਨਾਂ ਦੇ ਵਿੱਚੋਂ ਹੀ ਵੀਜ਼ਾ ਲੈਣਾ ਚਾਹੁੰਦੇ ਆ ਅਸਲ ਵਿੱਚ। ਹੈਲੋ ਹੈਲੋ ਜੀ, ਸਵਾਲ ਪੁੱਛੋ ਪਲੀਜ਼। हेलो ਹਾਂਜੀ ਹਾਂਜੀ, ਕੀ ਸਵਾਲ ਹੈ ਜੀ? सर मेरी USA की फाइल लगवानी है मैं जी। हाँ जी सर, मेरा बैचलर पेपर मैं दे चुकी है, मास्टर लास्ट टाइम दा रिजल्ट पेंडिंग। ਕੌਣ ਬੋਲ ਰਿਹਾ? ਤੁਸੀਂ ਮਨਪ੍ਰੀਤ ਹੀ ਬੋਲ ਰਹੇ ਹੋ? ਤੁਹਾਡੇ ਨਾਲ ਪਹਿਲਾਂ ਗੱਲ ਹੋ ਰਹੀ ਸੀ। हाँ जी हाँ जी ਹਾਂਜੀ ਮਨਪ੍ਰੀਤ, ਆਪਾਂ ਡਿਸਕਸ ਕਰ ਰਹੇ ਸੀ, ਡੂ ਯੂ ਥਿੰਕ ਯੂ ਵਿਲ ਬੀ ਏਬਲ ਟੂ ਫੇਸ ਦਾ ਇੰਟਰਵਿਊ ਇਨ ਇੰਗਲਿਸ਼? ਸੌਰੀ, ਮੋਟੀ ਜੀ ਗੱਲ ਮਨਪ੍ਰੀਤ ਜੀ ਹੈ ਕਿ ਤੁਸੀਂ ਅੰਗਰੇਜ਼ੀ ਦੇ ਵਿੱਚ ਜਿਹੜੀ ਇੰਟਰਵਿਊ ਆ ਉਹਦਾ ਸਾਹਮਣਾ ਕਰ ਸਕੋਗੇ? हाँ जी हाँ जी। ਨੋ ਪ੍ਰੋਬਲਮਸ। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? अमृतसर तो। ਤੁਸੀਂ ਮੇਰੇ ਸਵੇਰੇ ਅੰਮ੍ਰਿਤਸਰ ਬ੍ਰਾਂਚ ਚਲ ਜਾਓ, ਉੱਥੇ ਰਿਚਾ ਮੈਮ ਤੁਹਾਨੂੰ ਮਿਲ ਲੈਣਗੇ। ठीक है सर। 10:30 ਵਜੇ ਦਾ 11 ਵਜੇ ਦਾ ਟਾਈਮ ਲੈ ਦੇਣਾ, 11 ਵਜੇ ਚਲ ਜਾਓ ਸਵੇਰੇ, ਲੋੜ ਪਈ ਤਾਂ ਮੇਰੇ ਨਾਲ ਵੀ ਜ਼ੂਮ ਕਰਾ ਦੇਣਗੇ, ਠੀਕ ਹੈ। ਸੋ ਭਾਜੀ ਵਿਦਆਊਟ ਆਇਲਸ US ਵੀਜ਼ਾਸ ਦੇਗਾ ਇਫ ਸ਼ੀ ਇਜ਼ ਕੌਨਫੀਡੈਂਟ, ਜੇ ਉੱਥੇ GNDU ਤੋਂ ਪੜ੍ਹੀ ਹੈ, ਇੰਗਲਿਸ਼ ਆਉਂਦੀ ਹੈ, ਦੈਟ ਇਜ਼ ਨਾਟ ਮੈਂਡੇਟਰੀ ਕਿ ਆਪਾਂ ਆਇਲਸ ਕਰਨੀ ਹੈ, ਕਿਉਂਕਿ US ਦੇ ਵਿੱਚ ਉਹਨਾਂ ਕੋਲ ਇੱਕ ਬੜਾ ਵੱਡਾ ਤੋੜ ਹੈ ਭਾਜੀ, ਬ੍ਰਹਮਅਸਤਰ ਹੈ, ਨਾ ਆਇਲਸ ਦਾ ਮੁੱਲ ਨਾ ਕੀਤੀ ਦਾ ਨੁਕਸਾਨ। ਉਹਦਾ ਕਾਰਨ ਉਹਨਾਂ ਸਾਹਮਣੇ ਮਿਲ ਲੈਣਾ ਵੀ ਜੇ ਇੱਕ ਬੰਦੇ ਨੂੰ ਅੰਗਰੇਜ਼ੀ ਦੇ ਆਇਲਸ ਕਰਕੇ ਘੋਟਾ ਲਾ ਕੇ ਕਿਤਾਬ ਚੋਂ Q ਕਾਰ ਚੋਂ 6 ਬੈਂਡ ਲਿਆਂਦੇ ਵੀ ਹੋਏ ਆ, ਬੋਲ ਤਾਂ ਉਤੋਂ ਵੀ ਨਹੀਂ ਹੋਣਾ। ਲਿਸਨਿੰਗ ਐਂਡ ਸਪੀਕਿੰਗ ਤਾਂ ਹੋਏਗੀ। ਲਿਸਨਿੰਗ ਸਪੀਕਿੰਗ ਮੈਂ ਇੱਕ ਹੱਸਦਾ ਉਹਨਾਂ, ਮੈਂ ਕਈ ਪੰਜਾਬ 'ਚ ਕਈ ਬੜੀ ਮਸ਼ਹੂਰ ਕਿਤਾਬਾਂ ਜਿਸ 'ਚ ਕਹਿੰਦੀਆਂ ਸੀ ਮਾਈ ਫਰੈਂਡ ਦੇ ਐਸੇ ਲਿਖਿਆ ਤੁਸੀਂ 6 ਪਾਓ, 6 ਬੈਂਡ ਸਪੋਕਨ 'ਚ ਆ ਗਏ, ਆਪਾਂ ਘਰੇ ਪਿੰਡ 'ਚ ਬਦਮਾਸ਼ ਵੀ 6 ਆਏ ਆ, ਹਰ ਦੇ ਵਿੱਚ ਬੋਲ ਹੁੰਦਾ ਨਹੀਂ, ਰਾਈਟ? ਉਹ ਫਸਣੇ। ਤੇ ਦੂਜੇ ਪਾਸੇ ਜਿਹੜਾ ਬੰਦਾ ਵਿਚਾਰਾ ਚੰਗਾ ਹੈ, ਬੈਂਡ ਭਾਵੇਂ ਉਹਦੇ 5.5 ਆ ਰਹੇ ਬਦਕਿਸਮਤੀ ਨੂੰ, ਓਵਰਆਲ ਉਹਦੇ ਚੰਗੇ ਹੈ, ਸਪੋਕਨ ਚੰਗੀ ਹੈ, ਕਈ ਦੀ ਰਾਈਟਿੰਗ ਮਾੜੀ ਹੈ, ਰੀਡਿੰਗ ਮਾੜੀ ਹੈ, ਓਵਰਆਲ ਚੰਗੇ ਟੱਪ ਜਾਣਗੇ ਆਰਾਮ ਨਾਲ, ਰਾਈਟ? ਜੇ ਤੁਸੀਂ ਉੱਥੇ ਤਾਂ ਸਿਰਫ ਸਪੀਕਿੰਗ ਚੈੱਕ ਹੋਣੀ ਤੇ ਲਿਸਨਿੰਗ ਚੈੱਕ ਹੋਣੀ ਹੈ ਜੀ। ਅੱਛਾ ਨਵਨੀਤ ਜੀ, ਗੱਲ ਹੋ ਗਈ ਹੈ USA ਦੀ, ਉਸ ਪਾਸੇ ਚੱਲਦੇ ਆ ਜਿਹੜਾ ਕਿ ਹੌਟ ਟੌਪਿਕ ਹੈ ਇਸ ਵਕਤ, ਰਿਫਿਊਜ਼ਲ ਦਾ ਕਾਰਨ, ਦੁਬਾਰਾ ਅਪਲਾਈ ਕਰਨਾ, ਉਹ ਮਾਹੌਲ ਜਿੱਥੇ ਆਪਾਂ ਛੱਡਿਆ ਸੀ ਵਿੱਚ ਕਾਲ ਆ ਗਈ ਸੀਗੀ। ਕੀ ਲੱਗਦਾ ਹੈ ਤੁਹਾਨੂੰ ਕਿ ਜਿਹੜੀਆਂ ਰਿਫਿਊਜ਼ਲਸ ਦੇ ਕਾਰਨ ਐਪਲੀਕੇਸ਼ਨ ਓਵਰਲੋਡਡ ਹੈਗੀ ਹੈ ਜਾਂ ਕੋਈ ਹੋਰ? ਭਾਜੀ ਦੇਖੋ, ਇਹਦੇ 3-4 ਲੋਕਾਂ ਨੇ ਗੱਲ ਕੀਤੀ। ਇੱਕ ਅੰਕੜਾ ਆਇਆ ਵੀ 2.25 ਲੱਖ ਫਾਈਲ ਸੀਗੀ ਤਾਂ ਰਿਫਿਊਜ਼ ਕੀਤਾ ਗਿਆ। ਫਿਰ ਇੱਕ ਅੰਕੜਾ ਆਇਆ ਕਿ ਬੰਦਾ ਅਪਲਾਈ ਕਰਨ ਵਾਲਾ ਬਹੁਤ ਸੀ ਤਾਂ ਰੋਕੀ ਗਈ। ਕਿਸੇ ਨੇ ਕਹਿਤਾ ਕਿ ਜਿਹੜੀਆਂ ਕੁਰੀਤੀਆਂ ਸਿਸਟਮ 'ਚ ਪਾਈਆਂ ਜਾ ਰਹੀਆਂ ਉਹਦੇ ਕਰਕੇ ਰੋਕਤੀ ਗਈ। ਕਿਸੇ ਨੇ ਕਿਹਾ ਕਿਊਬੈਕ ਦੀ ਇਨਵੈਸਟੀਗੇਸ਼ਨ ਕਰਕੇ ਫੈਡਰਲ ਨੇ ਫਾਈਲਾਂ ਰੋਕਤੀਆਂ। ਕੀ ਇਹ ਪ੍ਰੋਬਲਮ ਪਹਿਲਾਂ ਨਹੀਂ ਸੀ ਆਈਆਂ? ਕਦੀ ਬਹੁਤ ਵਾਰੀ ਆਈਆਂ ਸੀਗੀਆਂ, ਰਾਈਟ? ਬਹੁਤ ਵਾਰੀ ਆਈਆਂ ਸੀ। ਸੋ ਇਹ ਪਾਲਿਸੀ ਹੁਣ ਲੋਕਾਂ ਦਾ ਥਾਟ ਪ੍ਰੋਸੈਸ ਹੈ ਕਿ ਉਹਨਾਂ ਦੀ ਕੰਟਰੀ ਦੀ ਵੈਕਸੀਨੇਸ਼ਨ ਜਦ ਤੱਕ 70 ਤੋਂ 80% ਨਹੀਂ ਹੁੰਦੀ, ਜਦ ਤੱਕ 70 ਤੋਂ 80% ਕੈਨੇਡਾ ਦੇ ਮੂਲ ਵਾਸੀ, ਮੂਲ ਰਹਿਣ ਵਾਲੇ ਲੋਕ ਨਹੀਂ ਵੈਕਸੀਨੇਟ ਹੋ ਜਾਂਦੇ, ਉਹ ਲਿਜਾਣ ਦੀ ਕੋਸ਼ਿਸ਼ ਘੱਟ ਕਰਨਗੇ। ਭਾਜੀ ਇਹਦਾ ਇੱਕ ਬਹੁਤ ਵੱਡਾ ਇਸ਼ਾਰਾ ਪਤਾ ਕੀ ਹੈ? ਹਾਲੇ ਵੀ US ਤੋਂ ਨਾਨ ਐਸੈਂਸ਼ੀਅਲ ਟਰੈਵਲ ਅਲਾਉਡ ਨਹੀਂ ਹੈ, ਰਾਈਟ? ਜਿਹੜੇ ਨੈਚੁਰਲੀ ਮੇਰਾ ਖਿਆਲ ਵਰਲਡ ਵਾਰ ਤੋਂ ਇਲਾਵਾ ਕਦੇ ਇਹਨਾਂ ਦੇ ਬਾਰਡਰ ਨਹੀਂ ਬੰਦ ਹੋਏ ਹੋਣ, ਰਾਈਟ? ਜਿਹੜੇ ਨੈਚੁਰਲ ਅਲਾਈਜ਼ ਹੈ ਜਾਂ ਜਿਹਨੂੰ ਕਹਿੰਦੇ ਪੱਕੇ ਦੋਸਤ ਹੈ ਜਾਂ ਪੱਗ ਵੱਟ ਭਰਾ ਹੈ, ਉਹਨਾਂ ਦੀ ਵੀ ਆਪਸ 'ਚ ਐਂਟਰੀ ਬੈਨ ਹੈ। ਪ੍ਰਾਪਰਟੀ ਮਹਿੰਗੀ ਕਿਉਂ ਹੋਈ ਹੈ ਨਵਨੀਤ ਜੀ? ਅੱਧਾ ਸਮਾਨ US ਹੁੰਦਾ, ਅੱਧਾ ਕੈਨੇਡਾ, ਆਪਸ ਦੇ ਵਿੱਚ ਮਿਲ ਕੇ ਘਰ ਬਣਦੇ ਨੇ। ਯੈਸ। ਸੋ ਜਦੋਂ ਪ੍ਰਾਪਰਟੀ ਨੂੰ ਅੱਗ ਲੱਗੀ ਹੋਈ ਹੈ, ਉਸ ਚੀਜ਼ ਨੂੰ ਵੀ ਨਹੀਂ ਖੋਲ ਰਹੇ ਕਿ ਘਰ ਬਣਨ ਦੀ ਦਿੱਕਤ ਆ ਰਹੀ ਹੈ ਲੋਕਾਂ ਨੂੰ। ਸੋ ਸਟੂਡੈਂਟ ਕੰਸਟਰਕਸ਼ਨ ਕਰਦੀ, ਬਿਲਕੁਲ। ਸੋ ਸਟੂਡੈਂਟ ਭਾਜੀ ਪ੍ਰਾਇੋਰਟੀ ਹੈ ਰੈਵਨਿਊ ਬੇਸ ਤੇ। ਉਧਰੋਂ ਜਿਹੜੀ ਤਰੂਦੂ ਸਾਹਿਬ ਨੇ ਭਾਜੀ ਇੱਕ ਚੰਗੀ ਗੱਲ ਕਹੀ ਸੀ, ਮੈਂ ਕੱਲ ਵੀ ਮੰਚ ਤੇ ਕਿਹਾ ਸੀ, ਉਹਨਾਂ ਨੇ ਕਿਹਾ ਵੀ ਨੀਡ ਇਮੀਗ੍ਰੈਂਟਸ, ਵੀ ਵਿਲ ਨਾਟ ਸਟਾਪ ਦ ਇਮੀਗ੍ਰੇਸ਼ਨ ਪ੍ਰੋਸੈਸ, ਬਟ ਕਿਤੇ ਨਹੀਂ ਕਿਹਾ ਵੀ ਪੰਜਾਬ ਤੇ ਗੋ ਗਲੋਬਲ ਨੂੰ ਦੇਣੇ। ਸੋ ਇਹ ਨਹੀਂ ਉਹਨਾਂ ਨੇ ਕਿਤੇ ਕਿਹਾ, ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਵਿਲ ਨਾਟ। ਹਾਂ, ਗੱਲ ਸਵਾਲ ਪੁੱਛੀ ਤੁਸੀਂ, ਮੈਨੂੰ ਸਵਾਲ ਪੁੱਛਿਆ ਮੈਥ ਦਾ, ਮੈਂ ਜਵਾਬ ਦੇਤਾ ਪੂਰੇ ਮੈਥ ਦੇ ਨਿਊਮੈਰੀਕਲ ਦਾ, ਇਹ ਨਹੀਂ ਕਿ ਤੁਹਾਡੇ ਵਾਲਾ ਦਾ ਦਿੱਤਾ ਕੱਲ। ਸੋ ਸਵਾਲ ਇੰਡੀਅਨ ਜਰਨਲਿਸਟ ਨੇ ਕੀਤਾ ਸੀ, ਬੜਾ ਸਪਸ਼ਟ ਕੀਤਾ ਸੀ ਕਿ ਇਹ ਇਨਸੀਡੈਂਟ ਤੋਂ ਬਾਅਦ ਤੁਸੀਂ ਕਿੱਦਾਂ ਦੇਖਦੇ ਹੋ ਇਮੀਗ੍ਰੇਸ਼ਨ। ਉਹਨਾਂ ਨੇ ਕਿਹਾ ਇਟਸ ਅ ਕੰਪਲੈਕਸ ਪ੍ਰੋਸੈਸ ਐਂਡ ਇਟ ਵਿਲ ਕੰਟੀਨਿਊ, ਰਾਈਟ? ਸੋ ਜਦੋਂ ਕੰਸਲਟੈਂਟ ਦੀ ਗੱਲ ਕਰਨਾ, ਆਪੇ ਚੂਜ਼ ਕਰ ਲਓ, ਚੰਗਾ। ਤੇ ਤੁਹਾਨੂੰ ਕਿਹਾ ਨਹੀਂ ਕਿਹਨੂੰ ਚੂਜ਼ ਕਰੋ ਕਿਹਨੂੰ ਨਾ ਕਰੋ, ਰਾਈਟ? ਸੋ ਉਹਨਾਂ ਨੇ ਇਹ ਵੀ ਕਹਿਤਾ ਕਿ ਮੇਰੀ ਤਾਂ ਰੀਚ ਤੋਂ ਬਾਹਰ ਹੈ।
ਮੇਰੀ ਹੱਦ ਮਹਦੂਦ ਦੇ ਅੰਦਰ ਤਾਂ ਨਹੀਂ ਆਉਂਦੇ। ਕੈਨੇਡਾ ਦੇ ਵਿੱਚ ਹੈ ਨਹੀਂ, ਇੰਡੀਆ 'ਚ ਹੋਇਆ ਜੋ ਬਾਹਰ ਕੁਝ ਹੋਇਆ ਜਾਂ ਬੈਠੇ ਕਿਸੇ ਨੇ ਵੀ ਕੰਟਰੀ 'ਚ। ਜੇ ਬਾਹਰ ਬੈਠੇ ਨੇ ਤਾਂ ਅਸੀਂ ਕੰਟਰੋਲ ਕਿਵੇਂ ਕਰ ਸਕਦੇ? ਹੈਲੋ ਜੀ, ਹੈਲੋ ਜੀ, ਮੈਨੂੰ ਆਪਣਾ ਟੈਲੀਫੋਨ ਕਦੇ 1986-87 ਚ ਵੱਜਦੇ ਹੋਏ ਰੇਡੀਓ ਵਰਗਾ ਲੱਗਦਾ, ਤਿੰਨ 4 ਸਟੇਸ਼ਨ ਇਕੱਠੇ ਹੋ ਜਾਂਦੇ ਸੀਗੇ। ਸੋ ਪਤਾ ਨਹੀਂ ਅੱਜ ਵੀ ਕਿੰਨਾ ਸਮਝਾ ਲਿਆ 2008 ਤੋਂ ਲੱਗੇ ਹੋਏ ਕਿ ਜਦੋਂ ਵੀ ਟੀਵੀ ਤੇ ਗੱਲ ਕਰਦੇ ਤਾਂ ਟੀਵੀ ਫੋਨ ਜਿਹੜਾ ਹੈ ਨਾ ਮੇਰਾ ਖਿਆਲ ਭਾਜੀ ਆਪਣੀ ਆਵਾਜ਼ ਲਾਈਵ ਟੀਵੀ ਤੇ ਸੁਣਨ ਦਾ ਲਾਲਚ ਥੋੜਾ ਜਿਹਾ ਕਿਤੇ ਨਾ ਕਿਤੇ ਬੰਦੇ ਨੂੰ ਕਰਦੀ। ਇੱਕ ਪ੍ਰੋਗਰਾਮ ਸਟਾਰਟ ਹੀ ਕਰਦੀ ਹੈ ਨਵਨੀਤ ਜੀ, ਜਿਹਦੇ ਚ ਆਪਾਂ ਕਿਆ ਕਰਾਂਗੇ, ਆਪਣੀ ਆਵਾਜ਼ ਦੇ ਜ਼ਰੀਏ ਇੱਕ WhatsApp ਕਾਲ ਕਰੋ ਤੁਸੀਂ ਸਾਨੂੰ, ਔਰ ਤੁਹਾਨੂੰ ਸੁਣਾਵਾਂਗੇ ਕਿ ਤੁਸੀਂ ਕੀ ਬੋਲ ਰਹੇ ਹੋ ਔਰ ਤੁਹਾਡੀ ਆਵਾਜ਼ ਕਿਹੋ ਜਿਹੀ ਹੈ, ਉਹਦੀ ਤੁਸੀਂ ਰਿਕਾਰਡਿੰਗ ਵੀ ਕਰ ਸਕੋਗੇ। ਪਰ ਇਹ ਬੜਾ ਸੰਜੀਦਾ ਪ੍ਰੋਗਰਾਮ, ਇਹਦੇ ਵਿੱਚ ਧਿਆਨ ਨਾਲ ਜਿਹੜੀ ਹੈਗੀ ਕਾਲ ਕਰਿਆ ਕਰੋ ਜੀ। ਹੁਣ ਜੀ ਆਪਾਂ ਗੱਲ ਕਰ ਰਹੇ ਸੀ ਕਿ ਰਿਫਿਊਜ਼ਲ ਦੀ। ਜੀ ਭਾਜੀ ਰਿਫਿਊਜ਼ਲਸ ਰੁਕੀਆਂ ਨਹੀਂ, ਥਮੀਆਂ ਨਹੀਂ। ਲੌਜਿਕ ਜਿਹੜੇ 2 ਦਿਨ ਪਹਿਲਾਂ ਇੱਕ ਸਾਡੇ 'ਚ ਪੋਜ਼ਿਟਿਵਿਟੀ ਸੀ ਕਿ ਚਲੋ ਇਹ PPR ਆ ਗਈ, PPR ਆਈਆਂ, ਮੇਰੇ ਕੋਲੇ ਪਾਸਪੋਰਟ ਰਿਕੁਐਸਟ ਵੀ ਆ ਗਈਆਂ, ਪਾਸਪੋਰਟ ਬੁੱਕ ਵੀ ਹੋ ਗਏ, ਅੱਜ ਨਵੇਂ ਪੇਮੈਂਟ ਲਿੰਕ ਵੀ ਆ ਗਏ, ਉਹ ਚੱਲ ਰਹੇ ਹੈ। ਉਹ ਸਾਰੀਆਂ ਚੀਜ਼ਾਂ ਉੱਦਾਂ ਹੀ ਚੱਲ ਰਹੀਆਂ, ਬਟ ਸਵਾਲ ਇਹ ਹੈ ਕਿ ਜਦ ਤਾਈਂ ਉੱਥੋਂ ਖੁੱਲ ਕੇ ਰਿਫਿਊਜ਼ਲ ਸਟਾਪ ਨਹੀਂ ਹੁੰਦੀਆਂ, ਇਹ ਇੱਕ ਸਾਰੇ ਛੋਟੇ ਸਾਈਨਸ ਹੈ। ਬਟ ਬੈਕਲੌਗ ਕਲੀਅਰ ਕਰਨ ਦੀ ਨਿਸ਼ਾਨੀ ਇਹ ਆ ਰਹੀ ਕਿ ਭਾਜੀ ਬੈਂਗਲੌਰ ਤੇ ਹੈਦਰਾਬਾਦ ਤੱਕ ਦੇ ਸੈਂਟਰਸ ਵਾਸਤੇ ਕੁਰੀਅਰ ਪਿਕ ਹੋਏ, ਸਾਰੇ ਦਿੱਲੀ ਨਹੀਂ ਗਏ। ਬੰਬੇ ਤੇ ਹੈਦਰਾਬਾਦ ਦੇ ਸੈਂਟਰ ਦੀ ਸਾਡੇ ਕੋਲ ਗਈਆਂ ਨੇ। ਸੋ ਕਿਤੇ ਨਾ ਕਿਤੇ ਬੈਕਲੌਗ ਖਤਮ ਕਰਨ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ। ਫਲਾਈਟ ਬੈਨ ਐਜ਼ ਆਫ ਨਾਓ ਐਕਸਟੈਂਡਡ ਹੈਗਾ। ਸੋ ਇਸ਼ਾਰਾ ਇਹੀ ਲੱਗ ਰਿਹਾ ਵੀ ਬੈਕਲੌਗ ਕਲੀਅਰ ਕਰੀਏ, ਨੰਬਰ ਆਫ ਪੀਪਲ ਚੈੱਕ ਕਰੀਏ, ਕਿਉਂਕਿ ਉਹਨਾਂ ਕੋਲ ਤਾਂ ਆંકੜੇ ਹੈ ਹੀ ਨਾ ਵੀ ਕਿੰਨੇ ਲਿਜਾਣੇ। ਜੇ ਮੈਨੂੰ ਨਹੀਂ ਪਤਾ ਵੀ ਉਹਨਾਂ ਕੋਲ ਕਿੰਨੀ PPR ਹੈ ਜਾਂ ਕਿੰਨਾ ਉਹਨਾਂ ਕੋਲ ਪਾਸਪੋਰਟ ਸਟੈਂਪਡ ਹੈ, ਕਿੰਨਾ ਟ੍ਰੇਲਰ ਉਹਨਾਂ ਕੋਲ ਤਾਂ ਹੈ ਹੀ ਹੈ। ਸੋ ਕਿਤੇ ਨਾ ਕਿਤੇ ਫੇਜ਼ਡ ਮੈਨਰ 'ਚ ਓਪਨਿੰਗ ਦਿਖ ਰਹੀ ਹੈ ਕਿ ਇੱਕ ਸਿਸਟਮ ਸੈੱਟ ਕਰ ਦਈਏ ਕਿ ਅੱਗੇ ਬੰਦੇ ਤੰਗ ਨਾ ਹੋਣ। ਜੀ ਨਮਨੀ ਜੀ, ਗੱਲ UK ਦੀ ਕਰੀਏ, ਕੋਈ ਖਾਸ ਅਪਡੇਟ ਹੈ UK ਦੀ? ਭਾਈ UK ਦਾ ਅਪਡੇਟ ਹੈ, UK ਵੀਜ਼ੇ ਦੇ ਰਿਹਾ, ਏਜੰਟਾਂ ਨੂੰ ਨਹੀਂ ਦੇ ਰਿਹਾ। ਉਹਦਾ ਕਾਰਨ ਹੈ ਐਡ ਨਹੀਂ ਹੋ ਰਹੀ, ਰਾਈਟ। ਆ ਮਾੜਾ ਜੇ ਪੈਕੇਜ ਵਾਲੀ ਢਿੱਲ ਦੇ ਲੈਂਦੋ ਕਿਤੇ ਉਹਨਾਂ ਨੂੰ, ਦੇਖੋ ਫਿਰ UK ਨਾ ਕਰਾਤੀ, ਕਿਤੇ ਨਾ ਕੰਧ ਨੂੰ ਹੱਥ ਲਵਾਤੇ, ਨਾ ਟਪਾਤੇ ਲੋਕਾਂ ਨੇ ਕਿ ਬੱਲੇ ਬੱਲੇ ਵੀ UK ਖੁੱਲ ਗਿਆ। UK ਅੱਜ ਵੀ ਦੇ ਰਿਹਾ। ਇੱਕ ਮਿੱਥ ਬਣਾਤੀ ਕਿ ਪੰਜਾਬ ਦੇ ਵਿੱਚ ਨਾ ਜੀ UK ਨੇ ਫੀਸ ਵਧਾਤੀ, ਕੋਈ ਨਹੀਂ ਵਧਾਤੀ ਭਰਾ ਮੇਰਿਆ, 100% ਫੀਸ ਕਰਤੀ। ਉਹਦਾ ਕਾਰਨ ਪੈਕੇਜ ਲੌਬੀ। ਭਾਜੀ ਜੇ ਤੁਹਾਨੂੰ ਯਾਦ ਹੋਵੇ ਕਿ 12 ਲੱਖ 13 ਲੱਖ 'ਚ ਬੰਦਾ ਪਹੁੰਚਦਾ ਸੀ, ਫੀਸ ਤੋਂ ਦੀ ਸਮੈਸਟਰ ਦੀ ਵੀ ਨਹੀਂ ਗਈ ਹੁੰਦੀ ਸੀ। ਜਿਹਨੇ ਪਹਿਲਾਂ ਹੀ 5 ਲੱਖ ਦਾ 12 ਦਿੱਤਾ, ਬਾਕੀ ਟਿਕਟ ਲਿੱਤੀ ਗਰੀਬ, ਜਿਹੜਾ 5 ਲੱਖ ਕੰਮ ਪਹਿਲਾਂ ਹੀ 14 'ਚ ਕਰਕੇ ਪਹੁੰਚਿਆ, 9 ਲੱਖ ਤਾਂ ਪਹਿਲਾਂ ਹੀ ਭੁੱਖੀ ਫਿਰਦਾ ਹੈ, ਰਾਈਟ। ਉਹ ਅਗਲੇ 5 ਲੱਖ 3 ਮਹੀਨਿਆਂ ਬਾਅਦ ਕਿੱਥੋਂ ਦੇ ਦੂਗਾ? ਆંકੜੇ ਸਾਹਮਣੇ ਆਏ, ਅਗਲੇ ਨੇ ਸਿੰਪਲ ਜਿਹਾ ਮੁੱਲ ਕਰਤਾ, ਓਕੇ ਜੀ ਆਪਣੀ ਤੁਸੀਂ ਇੰਟਰਵਿਊ ਕਲੀਅਰ ਕਰ ਲਓ, ਪਲੱਸ ਸਾਲ ਦੀ ਫੀਸ ਦੇ ਕੇ ਸਾਨੂੰ ਸਟੇਬਿਲਿਟੀ ਦਿਖਾ ਦਿਓ। USA ਸਭ ਤੋਂ ਹੀ ਗਾਹਾਂ ਹੈ। ਮੈਨੂੰ ਕੋਈ ਬੰਦਾ ਕਹਿੰਦਾ ਜੀ USA ਦਾ ਇਦਾਂ ਆਪਾਂ ਜੁਗਾੜ ਲਾ ਲੈਣੇ, ਗੈਪ ਕਵਰ ਕਰ ਲੈਣੇ, ਮੈਂ ਕਿਹਾ ਜੀ ਬਿਲਕੁਲ ਕਰ ਲਓ, ਹੋ ਜਾਊਗਾ ਜੇ ਜਵਾਬ ਦੇ ਸਕਦੇ। ਇਹ ਨਹੀਂ ਕਿ ਕੰਪਿਊਟਰ ਦਾ ਛਾਪ ਕੇ ਤੁਹਾਨੂੰ ਸਰਟੀਫਿਕੇਟ ਏਜੰਟ ਨੇ ਦਿੱਤਾ, ਅਗਲਾ ਕਹੇ ਜੀ ਵਾਟ ਇਜ਼ ਦਿਸ, ਕਹੋ ਜੀ ਹੈ ਵਾਟ ਇਜ਼ ਦਿਸ। ਇੱਕ ਗੱਲ ਯਾਦ ਰੱਖਿਓ, US ਹਾਈ ਕਮਿਸ਼ਨ ਚਨੱਕਿਆਪੁਰੀ 'ਚ ਪਰਚੇ ਵੀ ਕਟਾਉਂਦਾ, ਬਿਲਕੁਲ ਲੋਕਾਂ ਨੂੰ ਵੀ ਅੰਦਰ ਕਰਾਉਂਦਾ, ਨਾਲ ਏਜੰਟ ਵੀ ਅੰਦਰ ਕਰਾਉਂਦਾ, ਦੋਵਾਂ ਨੂੰ ਕਰਾਉਂਦਾ ਜੀ। ਨਕਲੀ ਕਾਗਜ਼ ਲਾਉਣਾ, ਨਕਲੀ ਫੰਡ ਲਾਉਣਾ, ਗਲਤ ਕੋਈ ਵੀ ਕਾਗਜ਼ ਜਿਹੜਾ ਪੇਸ਼ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ USA ਦੇ ਵਿੱਚ। ਉਹ ਨਾਲ ਦੀ ਨਾਲ ਉੱਥੇ ਪੁਲਿਸ ਬੁਲਾ ਕੇ ਡੱਕ ਦਿੱਤਾ ਜਾਂਦਾ ਮੌਕੇ ਤੇ। ਹਾਂ, ਮੌਕੇ ਤੇ। ਸੋ ਬੱਚਾ ਵੀ ਆਪਣਾ ਸਤਰਕ ਰਹੇ ਜੀ, ਚੰਗੇ ਕੰਸਲਟੈਂਟਸ ਤੋਂ ਹੀ ਕੇਸ ਲਵਾਵੇ, ਨਹੀਂ ਤਾਂ ਇਹ ਕਿ ਤੁਸੀਂ ਤਾਂ ਅੰਦਰ ਜਾਓਗੇ ਕੰਸਲਟੈਂਟ ਨਾਲ ਦੂਜਾ ਵੀ ਡੁੱਬੂ। ਔਰ ਮੈਨੂੰ ਲੱਗਦਾ ਕੈਨੇਡਾ US ਦੇ ਦਰਵਾਜ਼ੇ ਬੰਦ ਸਦਾ ਲਈ, ਬਿਲਕੁਲ ਬੰਦ ਭਾਜੀ, ਐਨ ਪਿਆਰ ਨਾਲ ਬੰਦ, ਪੱਕੇ ਕਹਿ ਕੇ ਬੰਦ। ਬਟ US ਦੀ ਇੱਕੋ ਐਡਵਾਂਟੇਜ ਹੈ ਭਾਜੀ ਜਿਹੜੀ ਕੈਨੇਡਾ 'ਚ ਨਹੀਂ ਹੈ। ਕੈਨੇਡਾ ਦੀ PR ਪਾਲਿਸੀ ਜਾਂ ਕੈਨੇਡਾ ਦੀ ਐਡਵਾਂਟੇਜ ਨੂੰ ਆਪਾਂ US ਨਾਲ ਮਿਲਾਉਂਦੇ ਹੀ ਨਹੀਂ, ਉਹ ਆਪਾਂ ਅੱਜ ਕੰਪੈਰੀਜ਼ਨ ਨਹੀਂ ਕਰਦੇ ਕਿ ਅੱਜ ਤੋਂ ਮਹੀਨਾ ਪਹਿਲਾਂ ਆਪਾਂ ਕੈਨੇਡਾ ਕਰਦੇ ਸੀ, ਅੱਜ US ਕਰ ਲਈ। ਅੱਜ ਵੀ ਕੈਨੇਡੀਅਨ ਵੀਜ਼ਾ ਆਂਦਾ, ਇੱਕ ਨਾਰਮਲ ਸਟੂਡੈਂਟ ਹੋ ਪਲੀਜ਼ ਗੋ ਟੂ ਕੈਨੇਡਾ, ਵੇਟ ਕਰ ਲਓ, ਜਨਵਰੀ ਇਨਟੇਕ ਚਲ ਜਾਓ, ਅਗਲੀ ਮਈ ਇਨਟੇਕ ਚਲ ਜਾਓ, ਕਾਲੀ USS ਕਰਕੇ ਨਾ ਜਾਓ ਕਿ ਮੇਰੇ ਕੈਨੇਡਾ ਹੋਣਾ ਨਹੀਂ ਹੁਣ ਜਾਂ ਮੇਰੀ ਇਨਟੇਕ ਟੱਪ ਗਈ, ਰਾਈਟ। ਸੋ ਬੜੀ ਵੱਡੀ ਅੱਜ ਇੱਕ ਐਡ ਚੱਲ ਰਹੀ ਹੈ ਭਾਜੀ, ਮੈਂ ਕਿਸੇ ਦਾ YouTube ਤੇ ਵੀਡੀਓ ਦੇਖ ਰਿਹਾ ਅੱਜ, ਕੀ ਤੁਹਾਨੂੰ ਲੱਗਦਾ ਸਤੰਬਰ ਦੇ ਸੁਪਨੇ ਟੁੱਟ ਗਏ, ਸਤੰਬਰ 'ਚ ਕੈਨੇਡਾ ਨਹੀਂ USA ਪਹੁੰਚੋ? ਲਓ ਕਰ ਲਓ ਗੱਲ। ਵੀ ਜਿਵੇਂ ਹੁਣ ਰਾਜਪੁਰ ਵਾਲੀ ਬੱਸ ਫੜਨੀ ਹੁੰਦੀ ਵੀ ਜੇ ਦੂਈ ਖੜ ਗਈ ਤਾਂ ਪੈਸੇਂਜਰ ਗੱਡੀ ਲੈ ਲਓ, ਟਾਂਗੇ ਤੇ ਨਿਕਲ ਜਾਓ। ਸੋ ਐ ਨਹੀਂ ਹੈ, ਮੈਂ ਇਹੋ ਜਿਹੀ ਐਡ ਨਹੀਂ ਲਾਉਂਗਾ ਕਿ ਤੁਹਾਡਾ ਵੀਜ਼ਾ ਨਹੀਂ ਆਇਆ ਤੁਸੀਂ ਸਤੰਬਰ 'ਚ ਬਾਹਰ ਜਾਣ ਦਾ ਸੁਪਨਾ ਪੂਰਾ ਕਰੋ। ਐ ਨਾ ਕੰਟਰੀਆਂ ਚੇਂਜ ਕਰੋ ਭਰਾ ਮੇਰਿਆ। ਜੇ ਤੁਹਾਨੂੰ ਲੱਗਦਾ ਵੀ ਜਿੱਥੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਜਾਂ ਤੁਹਾਡੇ ਇੱਕ ਰਿਸੋਰਸਿਸ। ਭਾਜੀ ਦੂਜਾ ਪੁਆਇੰਟ ਇੱਥੇ ਮੈਂ ਕਹੂੰਗਾ ਸੀ ਨਾ, ਬੜੇ ਆંકੜੇ ਆ ਗਏ ਮਾਰਕੀਟ 'ਚ ਕਿ ਇਹ ਸਕਸੈਸ ਰੇਟ ਉਹਦਾ ਇਹਦਾ ਐਵਰੀ ਕੇਸ ਇਜ਼ ਅ ਯੂਨੀਕ ਕੇਸ। ਕਿਸੇ ਕਾਲਜ ਦਾ ਕੋਈ ਸਕਸੈਸ ਰੇਟ ਨਹੀਂ ਹੈ, ਕਿਸੇ ਏਜੰਟ ਦਾ ਕੋਈ ਸਕਸੈਸ ਰੇਟ ਦੇ ਆંકੜੇ ਕਨਫਰਮ ਨਹੀਂ ਕੀਤੇ ਜਾ ਸਕਦੇ ਬਿਕੋਜ਼ ਪਬਲਿਕ ਨਹੀਂ ਹੈ। ਜੇ ਉਹ ਆંકੜੇ ਪਬਲਿਕ ਹੈ, ਉਹ ਕਿਹੜੇ ਆਧਾਰ ਤੇ ਹੈ, ਕਿਹੜੀ ਕੈਟਾਗਰੀ ਦੇ ਵਿੱਚ ਹੈ, ਕਿਹੜੇ ਪ੍ਰੋਗਰਾਮ ਵਾਈਜ਼ ਹੈ, ਉਹ ਕੀ ਹੈ, ਉਹਦਾ ਵੀ ਸਾਨੂੰ ਆਈਡੀਆ ਨਹੀਂ, ਰਾਈਟ। ਨਹੀਂ ਜੀ, ਮੇਰਾ ਇੱਕ ਸਵਾਲ ਹੈ ਕਿ 5000 ਤੋਂ ਲੈ ਕੇ 50000 ਤੱਕ ਸਾਲਾਨਾ ਫੀਸ ਵਾਲੀਆਂ ਯੂਨੀਵਰਸਿਟੀਆਂ ਪਈਆਂ, ਰਾਈਟ। ਕੀ ਫਰਕ ਹੈ? ਜਿਵੇਂ ਤੁਸੀਂ ਕਿਹਾ ਕਿ ਇੱਕ 50 ਵਾਲੀ ਚੁਣ ਲੈਂਦਾ, ਇੱਕ 5 ਵਾਲੀ ਚੁਣ ਲੈਂਦਾ, ਮਹਿੰਗੀ ਨੂੰ ਵੀਜ਼ਾ ਮਿਲਦਾ। ਭਾਜੀ 2800 ਯੂਨੀਵਰਸਿਟੀ ਹੈ US 'ਚ,
US 'ਚ 2800 ਯੂਨੀਵਰਸਿਟੀ ਹੈ ਲਗਭਗ, ਮੈਨੂੰ ਐਗਜ਼ੈਕਟ ਨੰਬਰ ਮੇਰੇ ਕੋਲ 2800 ਹੈ, ਰਾਈਟ ਭਾਜੀ। ਸਟੈਨਫਰਡ, ਹਾਰਵਰਡ, MIT, ਕਿਹੜੀਆਂ ਯੂਨੀਵਰਸਿਟੀਆਂ ਵਰਗੀਆਂ ਐਵੇਂ, ਤੇ ਦੂਜੇ ਪਾਸੇ ਇਹੋ ਜਿਹੀ ਯੂਨੀਵਰਸਿਟੀਆਂ ਜਿਹਨੇ 2-2 ਕਮਰਿਆਂ 'ਚ ਹੈ, ਰਾਈਟ। US 'ਚ ਭਾਜੀ ਜੇ ਤੁਹਾਨੂੰ UK ਯਾਦ ਹੋਵੇ, ਜਿਵੇਂ UK 'ਚ ਇੱਕ ਵਾਰੀ ਕਾਲਜਾਂ 'ਚ ਆਪਾਂ ਨੂੰ ਘਰਾਟ ਪਈ ਸੀ 2009, 10, 11 'ਚ, ਉੱਦਾਂ UK 'ਚ ਕਈ US ਦੇ ਵਿੱਚ ਕਈ ਸ਼ੇਡੀ ਯੂਨੀਵਰਸਿਟੀਜ਼, ਰਾਈਟ, ਜਿਹੜੀਆਂ ਸਿਰਫ ਖੋਲੀਆਂ ਇਸ ਕਰਕੇ ਗਈਆਂ ਵੀ ਜੇ ਇਮੀਗ੍ਰੈਂਟ ਆਣਗੇ ਤਾਂ ਪੈਸੇ ਆਉਣਗੇ, ਨਹੀਂ ਤਾਂ ਉਹ ਰਜਿਸਟਰਡ ਯੂਨੀਵਰਸਿਟੀਜ਼ ਹੈ। ਹਰ ਥਾਂ ਤੇ ਲੂਪ ਹੋਲਸ ਹੈ। ਬਟ ਤੁਸੀਂ I-20 ਕਿੱਥੋਂ ਮੰਗਾਈਏ, ਉਹ ਮੈਟਰ US 'ਚ ਬਿਲਕੁਲ ਕਰਦਾ, ਬਿਲਕੁਲ ਮੈਟਰ ਕਰਦਾ ਤੁਹਾਡੀ ਰਿਸਰਚ ਕੀ ਹੈ, ਕਿਉਂਕਿ US ਕਹਿੰਦਾ ਪੈਸੇ ਤੁਹਾਡੇ, ਰਿਸਰਚ ਤੁਹਾਡੀ, ਸਾਡਾ ਸਿਰਫ ਬੁਲਾਉਣ ਦਾ ਫੈਸਲਾ, ਜੇ ਮਾੜੀ ਹੋਈ ਤਾਂ ਵੀ ਤੁਹਾਡੀ, ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਉਹ ਬੜੇ ਕਲੀਅਰ ਹੈ US ਵਾਲੇ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿ ਕੋਈ ਪਬਲਿਕ ਕਾਲਜ ਜਾਂ ਫਲਾਣਾ, ਆਪਣੀ ਰਿਸਰਚ ਆਪ ਕਰ ਲਓ। ਉਹਨਾਂ ਨੇ ਕੈਨੇਡਾ ਵਾਂਗੂ ਕੋਈ SDS ਦੀ ਲਿਸਟ ਨਹੀਂ ਬਣਾਈ ਹੋਈ, ਰਾਈਟ। ਉਹਨਾਂ ਨੇ ਆਸਟ੍ਰੇਲੀਆ ਵਾਂਗੂ ਕੋਈ ਕੈਟਾਗਰੀ 1, ਕੈਟਾਗਰੀ 2, ਕੈਟਾਗਰੀ 3 ਕਾਲਜ ਨਹੀਂ ਕੀਤੇ ਹੋਏ। ਉਹਨਾਂ ਨੇ ਨਿਊਜ਼ੀਲੈਂਡ ਵਾਂਗੂ ਕੈਟਾਗਰੀ 1, ਕੈਟਾਗਰੀ 2, ਕੈਟਾਗਰੀ 3 ਨਹੀਂ ਕੀਤਾ ਹੋਇਆ। ਉਹਨਾਂ ਨੇ UK ਵਾਂਗੂ ਛੱਡਿਆ ਹੋਇਆ, ਪਰ UK ਤੋਂ ਚਲੋ ਕੱਲੀਆਂ ਯੂਨੀਵਰਸਿਟੀਜ਼ ਕਹਿਤੀਆਂ, US ਨੇ ਉਹ ਵੀ ਨਹੀਂ ਕਿਹਾ। ਸੋ ਇਟਸ ਐਨ ਓਪਨ ਸਿਸਟਮ। ਬਾਕੀ ਭਾਜੀ ਕੈਨੇਡਾ ਦੇ ਵਾਪਸ ਆਊਂਗਾ। ਅੱਜ ਬੱਚਾ ਕਹਿੰਦਾ ਅਪਲਾਈ ਕਰੀਏ ਕਿ ਨਾ ਕਰੀਏ, ਮੈਨੂੰ ਐਂ ਦੱਸੋ ਅਪਲਾਈ ਨਾ ਕਰਕੇ ਤੁਹਾਡੇ ਕੋਲ ਵਿਕਲਪ ਕੀ ਹੈ? ਅੱਜ ਐਡ ਆਉਂਦੀ ਹੈ ਕਿ ਕੈਨੇਡਾ ਅਪਲਾਈ ਨਹੀਂ ਕਰਨਾ ਚਾਹੀਦਾ, ਵੇਟ ਕਰਨੀ ਚਾਹੀਦੀ ਹੈ। ਕਿਹੜੀ ਇਨਟੇਕ ਦੀ ਵੇਟ, ਤੇ ਉਹ ਵੇਟ ਕਦੋਂ ਮੁੱਕੂਗੀ? ਜਿਸ ਦਿਨ ਜਹਾਜ਼ ਪੂਰਾ ਬੂਹਾਂ ਤੇ ਖੜਾ ਹੋਊਗਾ। ਸੋ ਕੈਨੇਡਾ ਦਾ ਵਪਾਰੀਕਰਨ ਜਿਹੜਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਇਆ ਸੀ, ਅੱਗੇ ਫੇਰ ਹੋਊਗਾ, ਮਾੜੇ ਜਿਹੇ ਹਾਲਾਤ ਸੁਧਰ ਲੈਂਦੇ, ਬਾਅਦ ਸਾਡੇ ਵਾਲੇ ਵੀ ਨਹੀਂ ਆਉਣੇ, ਰਾਈਟ। ਬਟ ਕੈਨੇਡਾ ਵੀਜ਼ਾਸ ਗ੍ਰਾਂਟ ਕਰੂਗਾ, ਕੈਨੇਡਾ ਬੰਦ ਨਹੀਂ ਹੈ। ਜਿਹੜੇ ਬੱਚਿਆਂ ਨੇ ਰਿਫਿਊਜ਼ਲਸ ਆਈ ਹੈ, ਅਪਲਾਈ ਕਰੋ ਯਾਰ, ਦੁਬਾਰਾ ਅਪਲਾਈ ਕਰੋ। ਆਪਣੇ ਕੰਸਲਟੈਂਟ ਤੇ ਦਿਲ ਟਿਕਦਾ ਤਾਂ ਉੱਥੋਂ ਹੀ ਕਰ ਲਓ, ਜੇ ਨਹੀਂ ਦਿਲ ਟਿਕਦਾ ਤਾਂ ਕੰਸਲਟੈਂਟ ਚੇਂਜ ਕਰ ਲਓ, ਕਾਲਜ ਚੇਂਜ ਕਰ ਦਿਓ, ਜੇ ਤੁਹਾਨੂੰ ਉਹਦੀ ਕੋਈ ਲੌਜੀਕਲ ਐਡਵਾਂਟੇਜ ਲੱਗਦੀ ਹੈ ਤਾਂ। ਨਵਨੀਤ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ, 19 ਦਾ ਬਹੁਤ ਬੱਚਾ, 20 ਤੇ 21 3 ਸਾਲ ਇਕੱਠੇ ਹੋ ਗਏ ਉੱਪਰੋਂ, ਚਲੋ 3 ਸਾਲ ਤਾਂ ਇਕੱਠੇ ਹੋਏ ਉੱਪਰੋਂ ਸਭ ਤੋਂ ਵੱਡੀ ਗੱਲ ਹੈ ਕਿ ਬੱਸ ਅੱਡੇ ਤੇ ਸਵਾਰੀਆਂ ਵੱਧ ਖੜੀਆਂ ਹੋਣ ਨਾ, 5 ਬੱਸਾਂ ਆ ਜਾਣ, 2-2 4-4 8-8 ਚੜ੍ਹ ਕੇ ਚਲੀ ਜਾਂਦੀਆਂ, ਤੇ ਬੱਸ ਵੀ ਇੱਕ ਆਉਂਦੀ ਹੈ। ਕੈਨੇਡਾ ਹੀ ਖੁੱਲਦਾ ਵਿਚਾਰਾ, ਕਦੇ UK ਦੀ USA ਦੀ ਗੱਲ ਹੁੰਦੀ ਹੈ, ਮਾੜੀ ਉਡਾਰੀ ਆਉਂਦੀ। ਨਿਊਜ਼ੀਲੈਂਡ ਬਿਲਕੁਲ ਬੰਦ, ਆਸਟ੍ਰੇਲੀਆ ਬਿਲਕੁਲ ਬੰਦ, ਜਵਾਬ ਦੇਣੀ ਹਟ ਗਈ, ਯੂਰਪ। ਹਾਂ, ਸੋ ਮੈਂ ਕਹਿ ਰਿਹਾ ਕਿ ਜਿਹੜੇ ਬੱਚੇ ਜਿਨ੍ਹਾਂ ਨੇ ਜਾਣਾ ਹੀ ਯੂਰਪ ਸੀ ਜਾਂ ਆਸਟ੍ਰੇਲੀਆ ਜਾਣਾ ਸੀ ਜਾਂ ਨਿਊਜ਼ੀਲੈਂਡ ਜਾਣਾ ਸੀ, ਉਹ ਬੜੇ ਮਾਯੂਸ ਹੋਏ ਬੈਠੇ ਨੇ। ਸੈਕਿੰਡ ਜਿਹੜਾ ਮੇਰਾ ਇਹ ਸਵਾਲ ਹੈ ਕਿ ਆਸਟ੍ਰੇਲੀਆ ਨੇ ਕੋਈ ਕਲੀਅਰ ਕੱਟ ਨਹੀਂ ਕਿਹਾ ਕਿ ਜੇ ਤੁਸੀਂ ਆ ਕੇ ਪੜ੍ਹੋ ਆਨਲਾਈਨ, ਉਸ ਤੋਂ ਬਾਅਦ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਜਾਂ ਵਰਕ ਪਰਮਿਟ ਦੇਵਾਂਗੇ। ਜਿਹੜੇ ਬੱਚੇ ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ ਦੇ ਚਾਹਵਾਨ ਸੀ, ਡਿਸੀਜਨ ਲੈਣਾ ਔਖਾ ਹੋਇਆ ਭਾਜੀ, ਉਹਨਾਂ ਲਈ ਔਖਾ ਹੈ। ਔਰ ਮੈਂ ਇੱਕ ਓਨੈਸਟਲੀ ਗੱਲ ਕਹਾਂ, ਉਹਨਾਂ ਨੂੰ ਨਿਊਜ਼ੀਲੈਂਡ ਵੱਲ, ਉਹਨਾਂ ਨੂੰ US ਵੱਲ ਰੁਖ ਕਰ ਲੈਣਾ ਚਾਹੀਦਾ, ਖਾਸ ਕਰ 19 ਪਾਸ ਬੱਚਿਆਂ ਨੂੰ। ਜਿਹੜੇ 19 ਪਾਸ ਹੈ ਭਾਜੀ, ਉਹ ਕੀ ਐਕਸਪਲੇਨ ਕਰਨਗੇ? ਆਪਾਂ ਕਈ ਵਾਰੀ ਕਿਆ ਕਹਿ ਦਾਂਗੇ ਜੀ ਕੋਵਿਡ ਹੈ, ਕੋਵਿਡ 'ਚ ਜਹਾਜ਼ ਵੀ ਚਲੇ ਗਏ ਲੋਕੀ, BA ਕਰ ਗਏ, 12ਵੀਂ ਕਰ ਗਏ, BTech ਦੇ ਪੇਪਰ ਹੋ ਗਏ, ਪੰਜਾਬ ਸਰਕਾਰ, ਦੇਸ਼ ਦੀਆਂ ਸਰਕਾਰਾਂ ਬਦਲ ਗਈਆਂ। ਕੋਵਿਡ ਦੇ ਵਿੱਚ ਬੰਗਾਲ 'ਚ ਸਰਕਾਰ ਬਦਲ ਗਈ, ਕੋਵਿਡ 'ਚ ਪੰਜਾਬ 'ਚ ਇਲੈਕਸ਼ਨ ਦੀ ਤਿਆਰੀ ਹੋਈ ਫਿਰਦੀ ਹੈ, ਰਾਈਟ। ਸੋ ਕੋਵਿਡ 19 ਤੋਂ ਲੈ ਕੇ 22 ਤੱਕ ਪੜ੍ਹਾਈ ਦੇ ਗੈਪ ਦਾ ਬਹਾਨਾ ਨਹੀਂ ਬਣ ਸਕਦਾ। ਇਹ ਕਿਸੇ ਕਾਰਨ ਵੀ ਇਹਨੂੰ ਬਹਾਨਾ ਨਾ ਮੰਨੋ। ਉਹ ਕਿਉਂ? ਕਿਉਂਕਿ ਜੇ ਤੁਹਾਨੂੰ ਐਂ ਲੱਗਦਾ ਹੈ ਕਿ ਤੁਸੀਂ ਇਹ ਕਹਿ ਕੇ ਟੱਪ ਜਾਓਗੇ ਕਿ ਸਰ देयर वाज कोविड, आई वाज डूइंग रिसर्च, बॉर्डर्स वर नॉट ओपनिंग, थैंक यू वेरी मच है भरा मेरे। 19 ਵਾਲਾ ਬੱਚਾ ਅੱਜ US 'ਚ ਵੀ ਕੀ ਸਮਝਾਊਗਾ? ਇਹ ਵੀ ਸਵਾਲ ਹੈ ਭਾਜੀ। ਇੰਟਰਵਿਊ ਜਦੋਂ ਫੇਸ ਕਰੇਗਾ ਉੱਥੇ ਕੀ ਸਮਝਾਊਗਾ ਕਿ ਮੈਂ 19 ਤੋਂ 20 ਚਲੋ ਜੀ ਕਿੰਨੀ ਦੇਰ ਲੋਕਡਾਊਨ ਰਿਹਾ, ਕੀ ਕੀਤਾ, ਉਸ ਤੋਂ ਬਾਅਦ ਮਾੜੀ ਮੋਟੀ ਪੜ੍ਹਾਈ ਕਰ ਲਈ, ਸਟਿਲ ਐਕਸਪਲੇਨੇਬਲ। ਔਰ ਭਾਜੀ ਸਭ ਤੋਂ ਵੱਡੀ ਗੱਲ ਪਤਾ ਕੀ ਹੈ? ਬਹੁਤ ਸਾਰਾ ਬੱਚਾ ਵਿਦ ਆਇਲਸ ਬੈਠਾ, ਜਿਹਦੇ ਆਇਲਸ ਵੀ ਹੈ, ਜਿਹੜਾ US ਦੀ ਕੁਆਲੀਫਾਈ ਵੀ ਕਰਦਾ, ਉਹ ਇੱਕ ਉਮੀਦ ਤੇ ਬੈਠਾ ਕਿ ਸ਼ਾਇਦ ਕੱਲ ਨੂੰ ਉਹ ਖੁੱਲੇ ਤਾਂ ਮੈਂ ਉੱਥੇ ਹੀ ਜਾਵਾਂਗਾ। ਤੁਹਾਡਾ ਨਿੱਜੀ ਫੈਸਲਾ ਹੈ, ਭਾਰਤ 'ਚ ਰਹਿ ਰਹੇ ਹੋ, ਪੜ੍ਹ ਰਹੇ ਹੋ, ਗੈਪ ਤੁਹਾਡਾ, ਫਾਈਲ ਤੁਹਾਡੀ। ਮੇਰੀ ਇਸ ਗੱਲ ਨੂੰ ਇੱਕ ਵਪਾਰਕ ਪ੍ਰਮੋਸ਼ਨ ਨਾ ਮੰਨਿਓ, ਜੋ ਦਿਲ ਮੰਨਦਾ ਉਹੀ ਕਰਿਓ। ਮੈਂ ਇੱਕ ਸਲਾਹ ਦੇ ਰਿਹਾ ਜਿਹੜੀ ਮੇਰੀ ਤਜਰਬੇ ਤੋਂ ਮੈਨੂੰ ਦਿਖਦੀ ਹੈ ਕਿ ਕਿਹੇ ਜੇ ਉਹ ਹੁੰਦੀ ਨਾ ਭਾਜੀ, ਕਹਾਵਤ ਸੁਣਦਾ ਹੁੰਦਾ, ਕਹਿੰਦਾ ਕੈਸਾ ਟੋਇਆ ਪਾਟਾ ਹੈ, ਨਾ ਲੰਘਾ ਜਾਂਦਾ ਹੈ ਨਾ ਟਾਪਾ ਜਾਂਦਾ ਹੈ। ਉਹ ਹੋ ਜਾਣਾ ਵੀ ਜਿੰਨਾ ਆਪਾਂ ਆਪਣਾ ਗੈਪ ਪਾ ਲਿਆ, ਉਹ ਗੈਪ ਨੂੰ ਐਕਸਪਲੇਨ ਕਿਵੇਂ ਕਰਨਾ ਹੈ। ਜੇ ਤੁਹਾਡੇ ਕੋਲ ਐਕਸਪਲੇਨੇਸ਼ਨ ਹੈਗੀ ਤਾਂ ਮੈਨੂੰ ਦੱਸ ਦਿਓ। ਮੇਰੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ। 19 ਵਾਲੇ ਬੱਚੇ ਨੂੰ ਆਸਟ੍ਰੇਲੀਆ ਦੇ ਵਿੱਚ 22 ਮਾਰਚ ਦੇ ਵਿੱਚ 12ਵੀਂ ਪਾਸ ਵਾਲੇ ਨੂੰ ਮੈਂ ਕੀ ਟੱਪ ਕੇ COE ਦਵਾਵਾਂਗਾ, ਜਾਂ ਕੀ ਟੱਪ ਕੇ ਉਹਨੂੰ ਮੈਂ ਕੈਸ਼ ਦਵਾਵਾਂਗਾ, ਜਾਂ ਕੀ ਲਿਖ ਕੇ ਉਹਨੂੰ ਮੈਂ ਆਸਟ੍ਰੇਲੀਆ ਦੇ ਕੈਨੇਡਾ ਭੇਜਾਂਗਾ ਕਿ ਜੀ ਮੇਰੇ ਕੋਲੇ ਕੋਵਿਡ ਸੀ, ਤੁਸੀਂ ਗੇਟ ਨਹੀਂ ਸੀ ਖੋਲ੍ਹਦੇ, ਤੁਸੀਂ ਰਿਫਿਊਜ਼ਲ ਦਿੱਤੀ, ਮੈਂ ਫਾਈਲ ਵਿਡਰਾਅ ਕਰ ਲਈ, ਕਿ ਮੇਰੇ ਤੋਂ ਆਇਲਸ ਨਹੀਂ ਹੋਈ। ਜੇ ਕਿਸੇ ਹੋਰ ਕੋਲ ਕੋਈ ਬਹਾਨਾ ਹੈਗਾ ਤਾਂ ਜ਼ਰੂਰ ਲਾ ਲਿਓ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਭਾਜੀ। ਔਰ ਮਾਫੀ ਚਾਹੂੰਗਾ ਜੀ, ਤਕਰੀਬਨ 21-22 ਕਾਲਸ ਮਿਸ ਹੋ ਗਈਆਂ, ਅਸੀਂ ਲੈ ਨਹੀਂ ਪਾਏ, ਕਿਉਂਕਿ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਜੋ ਫਰੈਸ਼ ਨੇ, ਰਿਫਿਊਜ਼ ਨੇ, ਉਹਨਾਂ ਦੀ ਕੈਨੇਡਾ ਦੀ ਗੱਲ ਹੋਣੀ ਹੈ। ਜਿਨ੍ਹਾਂ ਨੇ USA ਜਾਣਾ ਹੈ ਉਹਨਾਂ ਨੂੰ ਵੀ ਦੱਸਿਆ ਜਾਊਗਾ, ਨਾਲ ਨਾਲ UK ਦੀ ਅਪਡੇਟ। ਤੇ ਖਾਸ ਤੌਰ ਤੇ ਉਹ ਵਿਦਿਆਰਥੀ ਸ਼ਿਕਵਾ ਕਰਦੇ ਸੀ ਜਿਨ੍ਹਾਂ ਨੇ ਯੂਰਪ ਜਾਣਾ ਹੈ, ਨਿਊਜ਼ੀਲੈਂਡ ਜਾਣਾ ਹੈ, ਆਸਟ੍ਰੇਲੀਆ ਜਾਣਾ। ਜੋ ਨਵਨੀਤ ਜੀ ਨੇ ਕਿਹਾ ਕੋਈ ਇੰਤਜ਼ਾਰ ਨਾ ਕਰਨ, ਆਪਣਾ ਡੈਸਟੀਨੇਸ਼ਨ ਚੇਂਜ ਕਰ ਦੇਣ। ਜੇ ਜਾਣਾ ਹੀ ਹੈ, ਅਸੀਂ ਉਕਸਾ ਨਹੀਂ ਰਹੇ। ਜੇ ਨਹੀਂ ਜਾਣਾ ਫਿਰ ਚੁੱਪ ਕਰਕੇ ਬੈਠੋ, ਕਿਉਂਕਿ ਇਸ ਤੋਂ ਬਾਅਦ ਜੇ ਤੁਸੀਂ ਕਹੋ ਨਾ 22-23 ਦੇ ਵਿੱਚ ਫਾਈਲ ਲਾ ਕੇ ਆਸਟ੍ਰੇਲੀਆ ਨਿਊਜ਼ੀਲੈਂਡ ਜਾਵਾਂਗੇ, ਗੈਪ ਬਹੁਤ ਜ਼ਿਆਦਾ ਵੱਡਾ ਹੋ ਜਾਣਾ 19-20 ਵਾਲਿਆਂ ਦਾ। ਸੋ ਇਸ ਕਰਕੇ ਆਪਣੇ ਜਿਹੜੇ ਡਿਸੀਜਨ ਨੇ ਉਹ ਹੁਣੇ ਲੈ ਲਓ, ਨਹੀਂ ਤਾਂ ਆਪਣਾ ਦੇਸ਼ ਚੇਂਜ ਕਰ ਲਓ ਜਾਂ ਫਿਰ ਇੰਡੀਆ ਦੇ ਵਿੱਚ ਆਪਣਾ
ਦਾਖਲਾ ਜਿਹੜਾ ਹੈਗਾ ਉਹ ਲੈ ਲਓ। ਸੋ ਦਰਸ਼ਕਾਂ ਦਾ ਵੀ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਸਾਡੀ ਟੈਕਨੀਕਲ ਟੀਮ ਦਾ ਧੰਨਵਾਦ ਆ ਜਿਨ੍ਹਾਂ ਦੀ ਬਦੌਲਤ ਸਾਡਾ ਪ੍ਰੋਗਰਾਮ ਤੁਹਾਡੇ ਘਰਾਂ ਤੱਕ ਪਹੁੰਚਦਾ। ਸਤਿ ਸ਼੍ਰੀ ਅਕਾਲ।